ਕੈਨੇਡਾ ਵੱਲੋਂ ਕੋਵਿਡ-19 ਦੇ ਕਾਰਨ ਟਰੈਵਲ ਰੈਸਟ੍ਰਿਕਸ਼ਨਸ ਜਾਣੀ ਕਿ ਯਾਤਰਾ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ। ਇਸ ਦੇ ਤਹਿਤ ਮੈਕਸੀਕੋ ਅਤੇ ਕੈਰੀਬੀਅਨ ਰੂਟ ਕੈਂਸਲ ਕਰ ਦਿੱਤੇ ਗਏ। ਅਜਿਹੇ ਦੇ ਵਿੱਚ ਵੈਸਟਜੈਟ ਵੱਲੋਂ 120 ਕੈਬਨ ਕਰੂ ਨੂੰ ਸ਼ਾਂਤੀ ਕੀਤਾ ਗਿਆ ਹੈ। ਇਸ ਦਾ ਕਾਰਨ ਉਹਨਾਂ ਦੱਸਿਆ ਹੈ ਨਵੀਆਂ ਟਰੈਵਲ ਰੈਸਟ੍ਰਿਕਸ਼ਨਸ। ਇਸ ਦੀ ਜਾਣਕਾਰੀ ਵੈਸਟਜੈਟ ਸਪੋਕਸ ਵਿਮਨ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਸਾਡੇ ਕੋਲ ਕੋਈ ਵੀ ਵਾਧੂ ਵਰਕ ਫੋਰਸ ਅਨਾਉਂਸ ਕਰਨ ਦੇ ਵਾਸਤੇ ਨਹੀਂ ਹੈ। ਦੱਸੀਏ ਕਿ ਕੋਵਿਡ-19 ਦੇ ਕਰਕੇ ਜੋ ਯਾਤਰਾ ਦੇ ਉੱਪਰ ਪਾਬੰਦੀਆਂ ਲੱਗੀਆਂ ਹਨ ਉਸ ਦਾ ਅਸਰ 에ਅਰਲਾਈਨਸ ਦੇ ਉੱਪਰ ਵੀ ਪੈ ਰਿਹਾ ਹੈ। ਹਾਲ ਹੀ ਦੇ ਵਿੱਚ ਫੈਡਰਲ ਸਰਕਾਰ ਵੱਲੋਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ, ਜਾਣੀ ਕਿ ਨਾਨ ਐਸੈਂਸ਼ੀਅਲ ਟਰੈਵਲ ਤੇ ਬੈਨ ਲਗਾਇਆ ਗਿਆ, ਜਿਸ ਦੇ ਕਾਰਨ ਕਈ 에ਅਰਲਾਈਨਸ ਨੇ ਇਸ ਦਾ ਸਵਾਗਤ ਕੀਤਾ ਤੇ ਉਹਨਾਂ ਨੇ ਰੂਟਸ ਰੱਦ ਕਰਨ ਦੇ ਉੱਪਰ ਆਪਣੀ ਸਹਿਮਤੀ ਪ੍ਰਗਟਾਈ। ਇਹਨਾਂ ਉਡਾਨਾਂ ਨੂੰ 30 ਅਪ੍ਰੈਲ ਤੱਕ ਬੰਦ ਕੀਤਾ ਗਿਆ ਹੈ। ਇਹਨਾਂ ਨਵੇਂ ਨਿਯਮਾਂ ਦੇ ਵਿੱਚ ਹੋਟਲ ਕੁਆਰੰਟੀਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤਾਂ ਕਿ ਕੋਵਿਡ-19 ਵਾਇਰਸ ਦੇ ਫੈਲਾਅ ਨੂੰ ਕੈਨੇਡਾ ਦੇ ਵਿੱਚ ਰੋਕਿਆ ਜਾ ਸਕੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਨਵਰੀ 7 ਤੋਂ ਹੀ ਕੈਨੇਡਾ ਅੰਦਰ ਹਰ ਆਉਣ ਵਾਲੇ ਯਾਤਰੀ ਦੇ ਲਈ ਕੋਵਿਡ-19 ਨੈਗੇਟਿਵ ਟੈਸਟ ਦਿਖਾਉਣਾ ਲਾਜ਼ਮੀ ਕੀਤਾ ਗਿਆ ਹੈ। ਅਜਿਹੇ 'ਚ ਜਦੋਂ ਫੈਡਰਲ ਸਰਕਾਰ ਨੇ ਇਹਨਾਂ ਨਿਯਮਾਂ ਦਾ ਐਲਾਨ ਕੀਤਾ ਸੀ ਤਾਂ 에ਅਰਲਾਈਨਸ ਵੱਲੋਂ ਚਿੱਠੀ ਲਿਖੀ ਗਈ ਸੀ ਸਰਕਾਰ ਨੂੰ, ਜਿਸ ਵਿੱਚ ਉਹਨਾਂ ਕਿਹਾ ਸੀ ਕਿ ਇਸ ਦਾ ਅਸਰ 에ਅਰਲਾਈਨਸ ਦੇ ਉੱਪਰ ਪਏਗਾ ਕਿਉਂਕਿ ਪਹਿਲਾਂ ਹੀ 에ਅਰਲਾਈਨਸ ਘਾਟੇ ਦੇ ਵਿੱਚ ਨੇ ਤੇ ਜਦੋਂ ਨਵੇਂ ਨਿਯਮਾਂ ਨੂੰ ਲਾਗੂ ਕੀਤਾ ਜਾਵੇਗਾ ਤਾਂ ਫਿਰ ਲੋਕ ਉਤਸ਼ਾਹਿਤ ਹੋ ਕੇ ਟਰੈਵਲ ਨਹੀਂ ਕਰਨਗੇ। ਪਰ ਬਾਅਦ ਦੇ ਵਿੱਚ ਕੈਨੇਡਾ ਦੇ ਅੰਦਰ ਕੋਵਿਡ-19 ਦੇ ਹਾਲਾਤਾਂ ਨੂੰ ਦੇਖਦਿਆਂ ਤੇ ਨਾਲ ਦੀ ਨਾਲ ਕਰੋਨਾ ਵਾਇਰਸ ਦੇ ਨਵੇਂ ਰੂਪ ਦੇ ਫੈਲਾਅ ਨੂੰ ਰੋਕਣ ਦੇ ਲਈ ਕੈਨੇਡਾ ਨੇ ਫੈਸਲਾ ਕੀਤਾ ਕਿ ਉਡਾਨਾਂ ਦੇ ਉੱਪਰ ਰੋਕ ਲਗਾਈ ਜਾਏਗੀ, ਜੋ ਕਿ ਨਾਨ ਐਸੈਂਸ਼ੀਅਲ ਯਾਤਰਾ ਹੈ। ਇਹ ਖਬਰ ਕੈਨੇਡਾ ਦੇ ਵਿੱਚ ਜੋ ਕੱਚੇ ਹਨ ਉਹਨਾਂ ਵਾਸਤੇ ਆਈ ਹੈ। ਕੈਨੇਡਾ ਦੇ ਕੱਚੇ ਰੈਜ਼ੀਡੈਂਟਸ ਜੋ ਕੈਨੇਡਾ ਨਹੀਂ ਛੱਡ ਸਕਦੇ ਉਹ ਹੁਣ ਆਪਣੀ ਸਟੇ ਨੂੰ ਵਧਾ ਸਕਦੇ ਹਨ। ਜੀ ਹਾਂ, ਜਿਨ੍ਹਾਂ ਦਾ ਟੈਂਪਰੇਰੀ ਰੈਜ਼ੀਡੈਂਸੀ ਸਟੇਟਸ ਖਤਮ ਹੋਣ ਵਾਲਾ ਹੈ ਉਹਨਾਂ ਕੋਲ ਆਪਣਾ ਸਟੇ ਐਕਸਟੈਂਡ ਕਰਨ ਦਾ ਮੌਕਾ ਹੈ। ਕੋਵਿਡ ਦੀਆਂ ਰੈਸਟ੍ਰਿਕਸ਼ਨਸ ਦੇ ਕਾਰਨ ਜੋ ਕੱਚੇ ਹਨ ਇੱਥੋਂ ਕੈਨੇਡਾ ਛੱਡ ਕੇ ਨਹੀਂ ਜਾ ਸਕਦੇ ਤੇ ਉਹ ਆਪਣੇ ਸਟੇ ਨੂੰ ਵਧਾਉਣ ਦੇ ਲਈ ਐਪਲੀਕੇਸ਼ਨ ਦੇ ਸਕਦੇ ਹਨ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਪਣੇ ਸਟੇ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ, ਜਾਣੀ ਕਿ ਇਸ ਦਾ ਕੀ ਪ੍ਰੋਸੈਸ ਹੈ। ਇਸ ਦੇ ਵਾਸਤੇ ਤੁਹਾਨੂੰ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੂੰ ਅਰਜ਼ੀ ਦੇਣੀ ਪਵੇਗੀ, ਜਿਸ ਵਿੱਚ ਸਭ ਕੁਝ ਦੱਸਣਾ ਪਵੇਗਾ ਕਿ ਤੁਸੀਂ ਕੈਨੇਡਾ ਕਿਉਂ ਰੁਕਣਾ ਚਾਹੁੰਦੇ ਹੋ। ਇਹ ਐਪਲੀਕੇਸ਼ਨ ਆਨਲਾਈਨ ਜਮ੍ਹਾਂ ਹੋਵੇਗੀ। ਤੁਹਾਨੂੰ ਬਾਇਓਮੈਟ੍ਰਿਕਸ ਫੀਸ ਦੇਣੀ ਪਵੇਗੀ। ਯਾਦ ਰਹੇ ਕਿ IRCC ਨੇ ਕਿਹਾ ਹੈ ਕਿ ਸਟੇਟਸ ਐਕਸਪਾਇਰ ਜਾਣੀ ਕਿ ਖਤਮ ਹੋਣ ਤੋਂ ਪਹਿਲਾਂ ਹੀ ਅਪਲਾਈ ਕੀਤਾ ਜਾਵੇ। ਜਿਨ੍ਹਾਂ ਵੱਲੋਂ ਇਸ ਵਾਸਤੇ ਪਹਿਲਾਂ ਹੀ ਅਪਲਾਈ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਫਾਇਦਾ ਹੋਵੇਗਾ। ਉਹ ਤਦ ਤੱਕ ਕੈਨੇਡਾ ਦੇ ਵਿੱਚ ਰਹਿਣਗੇ ਜਦ ਤੱਕ ਉਹਨਾਂ ਦੀ ਅਰਜ਼ੀ ਦੇ ਉੱਪਰ ਫੈਸਲਾ ਨਹੀਂ ਆਉਂਦਾ। ਸਟੇਟਸ ਖਤਮ ਹੋਣ ਦੇ 90 ਦਿਨਾਂ ਦੇ ਅੰਦਰ ਰਿਸਟੋਰੇਸ਼ਨ ਦੇ ਲਈ ਐਪਲੀਕੇਸ਼ਨ ਦੇਣੀ ਪੈਂਦੀ ਹੈ, ਜਾਣੀ ਕਿ ਅਪਲਾਈ ਕਰਨਾ ਜ਼ਰੂਰੀ ਹੁੰਦਾ ਹੈ। ਅਪਲਾਈ ਕਰਨ ਵਾਲਾ ਕੈਨੇਡਾ ਦੇ ਵਿੱਚ ਹੋਣਾ ਲਾਜ਼ਮੀ ਹੈ। ਉਸ ਕੋਲ ਵੈਲਿਡ ਟੈਂਪਰੇਰੀ ਸਟੇਟਸ ਹੋਣਾ ਚਾਹੀਦਾ ਹੈ। ਇਸ ਵਾਸਤੇ $200 ਪ੍ਰੋਸੈਸਿੰਗ ਫੀਸ ਵੀ ਹੈ। ਜਦੋਂ ਵੀ ਰਿਕੁਆਇਰਮੈਂਟਸ ਪੂਰੀਆਂ ਹੋ ਜਾਣਗੀਆਂ ਤਾਂ ਫਿਰ ਉਸ ਨੂੰ ਵਿਜ਼ਿਟਰ ਕਾਰਡ ਇਸ਼ੂ ਕੀਤਾ ਜਾਂਦਾ ਹੈ। ਅਮਰੀਕਾ ਦੇ ਵਿੱਚ ਕੋਵਿਡ-19 ਦਾ ਅਜੇ ਵੀ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਸਥਿਤੀ ਨੂੰ ਕਾਬੂ ਦੇ ਵਿੱਚ ਕਰਨ ਦੇ ਲਈ ਜੋ ਬਾਈਡਨ ਵੱਲੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਪਰ ਇੱਕ ਖਬਰ ਹੁਣ ਸਾਹਮਣੇ ਆਈ ਹੈ ਕਿ 1 ਜੂਨ ਤੱਕ ਅਮਰੀਕਾ ਦੇ ਵਿੱਚ ਕਰੋਨਾ ਦੇ ਨਾਲ 6,31,000 ਲੋਕਾਂ ਦੀ ਜਾਨ ਜਾ ਸਕਦੀ ਹੈ। ਯੂਨੀਵਰਸਿਟੀ ਆਫ ਵਾਸ਼ਿੰਗਟਨ ਸਥਿਤ ਹੈਲਥ ਮੈਟ੍ਰਿਕਸ ਐਂਡ ਐਵੋਲਿਊਸ਼ਨ ਦਾ ਅੰਦਾਜ਼ਾ ਹੈ ਕਿ 1 ਜੂਨ ਤੱਕ ਅਮਰੀਕਾ ਅੰਦਰ ਕਰੋਨਾ ਦੇ ਨਾਲ 6,31,000 ਤੋਂ ਜ਼ਿਆਦਾ ਲੋਕ ਆਪਣੀ ਜਾਨ ਗਵਾ ਸਕਦੇ ਹਨ। ਦੱਸੀਏ ਕਿ ਅਮਰੀਕਾ ਦੇ ਵਿੱਚ ਵੈਕਸੀਨੇਸ਼ਨ ਚੱਲ ਰਹੀ ਹੈ ਪਰ ਇਸ ਦੀ ਰਫ਼ਤਾਰ ਘੱਟ ਹੈ। ਹੁਣ ਜੋ ਕੋਵਿਡ-19 ਦਾ ਨਵਾਂ ਵੇਰੀਐਂਟ ਕਈ ਦੇਸ਼ਾਂ ਦੇ ਵਿੱਚ ਪੈਰ ਪਸਾਰਦਾ ਜਾ ਰਿਹਾ ਹੈ, ਇਸ ਨੇ ਸਿਹਤ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ ਹੈ, ਜਿਸ ਦੇ ਕਾਰਨ ਇਹ ਹੁਣ ਡਰ ਹੈ ਕਿ ਜੇਕਰ ਵੈਕਸੀਨੇਸ਼ਨ ਤੇਜ਼ ਨਹੀਂ ਹੁੰਦੀ ਤਾਂ ਫਿਰ ਇਹ ਨਵਾਂ ਵੇਰੀਐਂਟ ਅਮਰੀਕਾ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਸਕਦਾ ਹੈ। ਦੱਸੀਏ ਕਿ ਅਮਰੀਕਾ ਦੇ ਵਿੱਚ ਹੁਣ ਤੱਕ 4,59,278 ਲੋਕਾਂ ਦੀ ਮੌਤ ਹੋ ਚੁੱਕੀ ਹੈ। 2,68,00,000 ਤੋਂ ਜ਼ਿਆਦਾ ਲੋਕ ਇਨਫੈਕਟਡ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੇ ਹਨ। ਜੇਕਰ ਅਸੀਂ ਇਕੱਲੇ ਜਨਵਰੀ ਮਹੀਨੇ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 95,000 ਲੋਕਾਂ ਦੀ ਮੌਤ ਹੋਈ ਹੈ। ਜੇਕਰ ਇੱਥੇ ਸਭ ਤੋਂ ਖਰਾਬ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਮਰਨ ਵਾਲਿਆਂ ਦੀ ਗਿਣਤੀ 7 ਲੱਖ ਤੋਂ ਉੱਪਰ ਹੋ ਸਕਦੀ ਹੈ। ਜੋ ਬਾਈਡਨ ਵੱਲੋਂ ਆਪਣਾ ਅਹੁਦਾ ਸੰਭਾਲਦਿਆਂ ਹੀ ਕਰੋਨਾ ਵਾਇਰਸ ਨੂੰ ਕੰਟਰੋਲ ਵਿੱਚ ਕਰਨ ਦੀ ਗੱਲ ਕਹੀ ਗਈ। ਉਹਨਾਂ ਅਮਰੀਕਾ ਦੇ ਵਿੱਚ ਮਾਸਕ ਪਾਉਣਾ ਲਾਜ਼ਮੀ ਕੀਤਾ, ਫਿਜ਼ੀਕਲ ਡਿਸਟੈਂਸਿੰਗ ਦਾ ਖਿਆਲ ਰੱਖਣ ਦਾ ਵੀ ਐਲਾਨ ਉਹਨਾਂ ਵੱਲੋਂ ਕੀਤਾ ਗਿਆ, ਕਿਉਂਕਿ ਜੋ ਬਾਈਡਨ ਦਾ ਮੁੱਖ ਟੀਚਾ ਇਸ ਸਮੇਂ ਵੈਕਸੀਨੇਸ਼ਨ ਦੀ ਰਫ਼ਤਾਰ ਨੂੰ ਤੇਜ਼ ਕਰਨਾ ਤਾਂ ਕਿ ਇੱਥੇ ਜਲਦ ਤੋਂ ਜਲਦ ਸਥਿਤੀ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕੇ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵੈਕਸੀਨੇਸ਼ਨ ਚੱਲ ਰਹੀ ਹੈ ਤਾਂ ਕਿ ਕੋਵਿਡ-19 ਦੇ ਹਾਲਾਤਾਂ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕੇ।
ਕਈ ਵਾਰ ਅਜਿਹੇ ਇਸ ਟੀਕੇ ਦੇ ਨਾਲ ਜੁੜੇ ਹੋਏ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਟੀਕੇ ਦਾ ਗਲਤ ਅਸਰ ਹੁੰਦਾ ਵੀ ਦਿਖਾਈ ਦਿੰਦਾ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਕਿ ਕੋਵਿਡ ਵੈਕਸੀਨ ਦੀ ਸ਼ਾਟ ਲਗਾਉਣ ਤੋਂ ਬਾਅਦ ਅਮਰੀਕਾ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਇਹ ਔਰਤ ਯੂਐਸ ਦੇ ਵਰਜੀਨੀਆ ਦੇ ਵਿੱਚ ਰਹਿਣ ਵਾਲੀ ਹੈ। ਇਸ ਔਰਤ ਦੀ ਮੌਤ ਕੋਵਿਡ-19 ਫਾਈਜ਼ਰ ਵੈਕਸੀਨ ਲੈਣ ਤੋਂ ਬਾਅਦ ਹੋ ਗਈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਉਸ ਦੀ ਮੌਤ ਦੇ ਕਾਰਨ ਦੇ ਵਿੱਚ ਵੈਕਸੀਨ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਨਹੀਂ ਮਿਲੀ। ਇਸ ਔਰਤ ਦਾ ਨਾਮ ਡ੍ਰੇਨ ਕੀਜ ਹੈ, ਜਿਸ ਦੀ ਉਮਰ 58 ਸਾਲ ਹੈ। ਇਸਨੇ ਕੋਵਿਡ-19 ਦਾ ਟੀਕਾ ਲਗਵਾਇਆ, ਜਿਸ ਤੋਂ ਬਾਅਦ ਬਿਮਾਰ ਪੈ ਗਈ। ਅਧਿਕਾਰੀਆਂ ਨੇ ਕਿਹਾ ਹੈ ਕਿ ਔਰਤ ਦੀ ਮੌਤ ਨੂੰ ਵੈਕਸੀਨੇਸ਼ਨ ਦੇ ਨਾਲ ਜੋੜਿਆ ਜਾਵੇ, ਅਜਿਹੇ ਕੋਈ ਵੀ ਸਬੂਤ ਨਹੀਂ ਮਿਲੇ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਤੇ ਆਫੀਸ਼ੀਅਲਸ ਨੂੰ ਫਿਲਹਾਲ ਕਿਸੇ ਵੀ ਕਾਰਨ ਬਾਰੇ ਪਤਾ ਨਹੀਂ ਲੱਗਿਆ ਜਿਸ ਦੇ ਨਾਲ ਉਸ ਦੀ ਮੌਤ ਹੋਈ ਹੋਵੇ। ਦੱਸਿਆ ਗਿਆ ਹੈ ਕਿ ਕੀਜ਼ ਵੈਕਸੀਨ ਲੈਣ ਤੋਂ ਬਾਅਦ 15 ਮਿੰਟ ਤੱਕ ਕਲੀਨਿਕ ਦੇ ਵਿੱਚ ਰਹੀ, ਪਰ ਉਸ ਦਿਨ ਬਾਅਦ ਦੇ ਵਿੱਚ ਵਾਪਸ ਆਈ। ਸਿਹਤ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਹੈ ਕਿ ਕੀਜ਼ ਵੈਕਸੀਨ ਦੇ ਨਾਲ ਜੁੜੇ ਕਿਸੇ ਵੀ ਐਲਰਜੀ ਦੇ ਕਾਰਨ ਨਹੀਂ ਮਰੀ। ਸਿਹਤ ਮਾਹਿਰਾਂ ਨੇ ਬਾਰ-ਬਾਰ ਭਰੋਸਾ ਦਿੱਤਾ ਹੈ ਕਿ ਕੋਵਿਡ-19 ਦੇ ਖਿਲਾਫ ਮਨਜ਼ੂਰ ਟੀਕੇ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹਨ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।